ਜਿਹੜੀ ਘਰ ਦੇ ਹਾਲਾਤ ਹੈ ਬੜੀ ਮੁਸ਼ਕਲ ਦੇ ਨਾਲ ਚੱਲ ਰਹੇ ਸੀ। ਕਿਸੇ ਵੇਲੇ ਵੀ ਨਹੀਂ ਪਤਾ ਹੁੰਦਾ ਕਿ ਰੋਟੀ ਖਾ ਕੇ ਸਵਾਂਗੇ ਕਿ ਨਹੀਂ ਸਵਾਂਗੇ। ਕੋਈ ਵੀ ਕੰਮ ਮਿਲਦਾ ਸੀ, ਝੋਨੇ ਲਾਏ, ਕਣਕਾਂ ਵੱਢੀਆਂ, ਸਾਰੇ ਕੰਮ ਕੀਤੇ। ਮੇਰਾ ਇੱਕ ਫਰੈਂਡ ਸੀ, ਉਹ ਟੇਲਰ ਦਾ ਸਕੂਲ ਤੋਂ ਆਣ ਕੇ ਟੇਲਰ ਦਾ ਕੰਮ ਸਿੱਖਦਾ ਹੁੰਦਾ ਸੀ। ਉਹਦੇ ਕੋਲ ਮੈਂ ਗਿਆ, ਉਹਨੂੰ ਦੱਸਿਆ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਕਿ ਪਿੰਡਾਂ ਦੇ ਵਿੱਚ ਕੁੜਤੇ ਪਜਾਮੇ ਬਣਾਉਣ ਵਾਸਤੇ ਕਾਫੀ ਲੋਕ ਆਉਂਦੇ ਹੈ ਤੇ ਕੱਪੜਾ ਵਧਿਆ ਹੋਏਗਾ, ਕੋਈ ਨਹੀਂ ਮੈਂ ਤੈਨੂੰ ਸ਼ਰਟ ਬਣਾ ਦਾਂਗਾ। ਉਹਨੇ ਮੈਨੂੰ ਸ਼ਾਮ ਤੱਕ ਆਪਣੇ ਪੈਸਿਆਂ ਦੀ ਉੱਥੋਂ ਹੀ ਕੱਪੜਾ ਲੈ ਕੇ ਤੇ ਮੈਨੂੰ ਸ਼ਰਟ ਬਣਾ ਕੇ ਦਿੱਤੀ। ਗੌਰਮੈਂਟ ਜੋਬ ਸਾਨੂੰ ਮਿਲਦੀ ਨਹੀਂ ਹੈ, ਪ੍ਰਾਈਵੇਟ ਵਾਸਤੇ ਅਸੀਂ ਤਿਆਰ ਨਹੀਂ ਰਹਿੰਦੇ ਤੇ ਫਿਰ ਸਾਨੂੰ ਉੱਥੇ ਹੀ ਅਸੀਂ ਰਹਿ ਜਾਂਦੇ ਹਾਂ। ਉਹੀ ਸਾਨੂੰ ਕੰਮ ਕਰਨਾ ਪੈਂਦਾ ਜਿਹੜੇ ਸਾਡੇ ਪਦੈਸ਼ੀ ਮਜ਼ਦੂਰੀ ਦਿਹਾੜੀ ਕਰਦੇ ਆਉਂਦੇ हैं। सब कुछ है, ठाट बाट है, तरक्की है, सब कुछ है। लोग वाह वाह करते हैं कि इतों तक पहुँचे हैं, पर किसी वेले माँ प्यो का जोड़ा इहो जिहा घाटा है बहुत महसूस होता है कि काश मेरे मम्मी पापा होंदे ते अपने बच्चे की तरक्की देखते। मेरी मम्मी ने मतलब काम कर करके खेतों च काम कर करके सानू पढ़ाया लिखाया और मैं ही उन्होंने आखिरी उम्मीद सी, क्योंकि मेरे तो वड्डे मेरिया दो सिस्टरां भी सी और उन्हों की मैरिज करना भी मेरे सिर ते जिम्मेवारी सी, क्योंकि मेरे पापा तो बैड ते पै गए सी। सत श्री अकाल, तुसीं जुड़े हो अखर दे नाल ते मैं आ करन। जिंदगी दे रंग सज्जणा अज होर ते कल नूं होर। जिंदगी दे रंग ही ने ਜਿਹੜੇ ਕਿ ਤੁਹਾਡੇ ਨਾਲ ਅੱਖਰ ਲਗਾਤਾਰ ਸਾਂਝੇ ਕਰ ਰਿਹਾ ਤੇ ਅੱਜ ਬਾਈ ਸਾਡੇ ਨਾਲ ਨੇ ਸਤਨਾਮ ਸਿੰਘ ਗਿੱਲ। ਜ਼ੀਰੋ ਤੋਂ ਸ਼ੁਰੂ ਕਰਕੇ ਹੀਰੋ ਬਣਨ ਦੀ ਕਹਾਣੀ ਹੈ ਤੇ ਕਹਾਣੀ ਤੁਹਾਨੂੰ ਬਹੁਤ ਕੁਝ ਸਿਖਾਊਗੀ। ਸਤਨਾਮ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ, ਇੱਕ ਮਜ਼ਦੂਰ ਦੀ ਫੈਮਿਲੀ ਚੋਂ ਉੱਠਣਾ ਤੇ ਹੁਣ ਤਾਂ ਤੁਸੀਂ ਜਿਸ ਵੇਲੇ ਕਦੀ ਇੰਨੇ ਪੈਸੇ ਦੇਖੇ ਵੀ ਨਹੀਂ ਸੀਗੇ ਤੇ ਅੱਜ ਪੂਰੀ ਕਮਾਲ ਕੀਤੀ ਪਈ ਹੈਗੀ। ਰਾਜ਼ ਕੀ ਹੈ, ਕਿਵੇਂ ਉੱਠੇ ਸੀ, ਦਿਨ ਯਾਦ ਆਉਂਦੇ ਨੇ? ਸ਼ੁਰੂ ਦੱਸੋ ਵੀ ਸ਼ੁਰੂਆਤ ਕਿਵੇਂ ਹੋਈ। मैं पट्टी तो बिलोंग करदा, पट्टी के लागे मेरा पिंड है आसल। मैं 2004 ਦੇ ਵਿੱਚ ਪੁਖਰਾਜ ਨੂੰ ਜੁਆਇਨ ਕੀਤਾ ਸੀ, ਕਿਉਂਕਿ ਇਹ ਜਿਹੜਾ ਮੇਰੀ ਸਕਸੈਸ ਦਾ ਜਿਹੜਾ ਸਫ਼ਰ ਹੈ ਇਹ ਮਜਬੂਰੀ, ਤੰਗੀਆਂ ਤੇ ਜ਼ਰੂਰਤਾਂ ਤੋਂ ਸ਼ੁਰੂ ਹੁੰਦਾ ਹੈ ਔਰ ਅੱਜ ਇਸ ਮਕਾਮ ਤੱਕ ਲੈ ਆਇਆ ਹੈ। ਕਿਉਂਕਿ ਜਦੋਂ ਮੈਂ ਪਿੰਡ ਦੇ ਵਿੱਚ ਹੁੰਦਾ ਸੀ ਤੇ ਮੇਰਾ ਸੁਪਨਾ ਕੋਈ ਜਿੱਦਾਂ ਅੱਜ ਕੱਲ੍ਹ ਦੇ ਬੱਚਿਆਂ ਦੇ ਸੁਪਨੇ ਹੁੰਦੇ ਕਿ ਮੇਰੇ ਕੋਲ ਗੱਡੀ ਹੋਵੇ, ਵਧੀਆ ਕਾਰ ਹੋਵੇ, ਮੇਰਾ ਕੋਈ ਸੁਪਨਾ ਇੱਦਾਂ ਦਾ ਨਹੀਂ ਸੀ ਹੈਗਾ। ਕਿਉਂਕਿ ਜਿੱਦਾਂ ਦੇ ਸਾਡੇ ਘਰ ਦੇ ਹਾਲਾਤ ਸੀ, 3.5 ਲੱਖ ਤੋਂ ਵੱਧ ਕਰਜ਼ਾ ਹੁੰਦਾ ਸੀ ਸਾਡੇ ਸਿਰ 'ਤੇ ਔਰ ਕੱਚਾ ਘਰ ਹੁੰਦਾ ਸੀ, ਕਾਨੇ ਵਾਲੀ ਛੱਤ, ਇੱਕ ਹੀ ਕੋਠਾ ਹੁੰਦਾ ਸੀ ਔਰ ਜਿਹੜੀ ਘਰ ਦੇ ਹਾਲਾਤ ਹੈ ਬੜੀ ਮੁਸ਼ਕਲ ਦੇ ਨਾਲ ਚੱਲ ਰਹੇ ਸੀ। ਕਿਸੇ ਵੇਲੇ ਵੀ ਨਹੀਂ ਪਤਾ ਹੁੰਦਾ ਕਿ ਰੋਟੀ ਖਾ ਕੇ ਸਵਾਂਗੇ ਕਿ ਨਹੀਂ ਸਵਾਂਗੇ। ਔਰ ਮੇਰੇ ਫਾਦਰ ਸਾਹਿਬ ਪੱਲੇਦਾਰੀ ਕਰਦੇ ਸੀ ਔਰ ਬੋਰੀਆਂ ਚੱਕਦਿਆਂ ਉਹਨਾਂ ਦੇ ਪੈਰ ਫਿਸਲ ਗਿਆ ਔਰ ਉਹਨਾਂ ਦੇ ਕਮਰ ਦੇ ਵਿੱਚ ਸੱਟ ਲੱਗੀ ਸੀ ਔਰ ਜਿਹਦਾ ਕਰਕੇ ਸਾਡਾ ਜਿਹੜਾ ਰੋਟੀ ਪਾਣੀ ਸੀ ਬੜਾ ਮੁਸ਼ਕਲ ਹੋ ਗਿਆ, ਕਿਉਂਕਿ ਪਾਪਾ ਹੁਣ ਕੰਮ ਕਰਨ ਦੇ ਲਾਇਕ ਨਹੀਂ ਸੀ ਰਹੇ ਤੇ ਸਾਨੂੰ ਛੋਟੀ ਉਮਰ ਦੇ ਵਿੱਚ ਹੀ ਘਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਪੈ ਗਈਆਂ ਸੀ ਕਿ ਮੈਨੂੰ ਮਜ਼ਦੂਰੀ ਕਰਨੀ ਪਈ ਔਰ ਨਾਲ ਨਾਲ ਮੈਂ ਆਪਣੀ ਪੜ੍ਹਾਈ ਨੂੰ ਵੀ ਕੰਟੀਨਿਊ ਕੀਤਾ। ਕੋਈ ਵੀ ਕੰਮ ਮਿਲਦਾ ਸੀ, ਝੋਨੇ ਲਾਏ, ਕਣਕਾਂ ਵੱਢੀਆਂ, ਸਾਰੇ ਕੰਮ ਕੀਤੇ ਔਰ 2004 ਦੇ ਵਿੱਚ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸੀ ਕਿ ਮੇਰੇ ਫਰੈਂਡਸ ਨੇ, ਜਿਹੜੇ ਮੇਰੇ ਦੋਸਤ ਸੀ, ਉਹਨਾਂ ਨੇ ਐਡ ਪੜ੍ਹੀ ਅਖਬਾਰ ਦੇ ਵਿੱਚ ਪੁਖਰਾਜ ਕੰਪਨੀ ਦੀ ਔਰ ਉਹਨਾਂ ਨੇ ਮੈਨੂੰ ਜੋਬ ਬਾਰੇ ਦੱਸਿਆ। ਸਭ ਤੋਂ ਪਹਿਲਾਂ ਤੇ ਮੈਂ ਇੱਕ ਪਿੰਡ 'ਚੋਂ ਰਹਿਣ ਵਾਲਾ ਸੀ ਔਰ ਮੇਰੀ ਕੋਈ ਸੋਚ ਇੰਨੀ ਜ਼ਿਆਦਾ ਵਧੀਆ ਨਹੀਂ ਸੀ ਔਰ ਮੈਂ ਉਹਨਾਂ ਦੇ ਨਾਲ ਇੰਟਰਵਿਊ ਵਾਸਤੇ ਨਹੀਂ ਸੀ ਜਾ ਰਿਹਾ ਅੰਮ੍ਰਿਤਸਰ, ਕਿਉਂਕਿ ਮੈਂ ਸੋਚਿਆ ਕਿ ਅੰਮ੍ਰਿਤਸਰ ਇੰਨਾ ਵੱਡਾ ਏਰੀਆ, ਇੰਨੇ ਪੜ੍ਹੇ ਲਿਖੇ ਲੋਕ ਨੇ ਤੇ ਮੇਰੇ ਇੱਕ ਪਿੰਡ ਵਾਲੇ ਨੂੰ ਕਿੱਦਾਂ ਰੱਖ ਲੈਣਗੇ। ਪਰ ਫਿਰ ਵੀ ਮੇਰੇ ਦੋਸਤਾਂ ਨੇ ਮੈਨੂੰ ਮੋਟੀਵੇਟ ਕੀਤਾ, ਤਿਆਰ ਕੀਤਾ ਕਿ ਚਲੋ ਕੋਈ ਗੱਲ ਨਹੀਂ, ਜੇ ਜੋਬ ਮਿਲ ਗਈ ਠੀਕ ਹੈ, ਨਹੀਂ ਤੇ ਆਪਾਂ ਗੋਲਡਨ ਟੈਂਪਲ ਘੁੰਮ ਕੇ ਵਾਪਸ ਆ ਜਾਵਾਂਗੇ। ਔਰ ਮੈਂ ਉੱਥੇ ਇੰਟਰਵਿਊ ਵਾਸਤੇ ਗਿਆ ਔਰ ਮੇਰੇ ਕੋਲ ਸਿਰਫ 70 ਰੁਪਏ ਸੀ ਔਰ ਜਿਹਦੇ ਵਿੱਚੋਂ 30 ਤੋਂ 35 ਰੁਪਏ ਮੇਰਾ ਕਿਰਾਇਆ ਲੱਗ ਚੁੱਕਿਆ ਸੀ ਔਰ ਅੱਜ ਪੁਖਰਾਜ ਦੇ ਵਿੱਚ ਕੋਈ ਵੀ ਪੈਸਾ ਨਹੀਂ ਲੱਗਦਾ, ਲੇਕਿਨ ਉਦੋਂ ਐਂਟਰੀ ਫੀਸ 100 ਰੁਪਇਆ ਹੁੰਦੀ ਸੀ ਔਰ ਜਦੋਂ ਮੇਰੀ ਇੰਟਰਵਿਊ ਹੋਈ ਔਰ ਮੈਂ ਸਿਲੈਕਟ ਹੋਇਆ ਤੇ 100 ਰੁਪਇਆ ਇੰਟਰਵਿਊ ਵਾਸਤੇ 100 ਰੁਪਇਆ ਮੇਰੇ ਕੋਲ ਨਹੀਂ ਸੀ ਹੈਗਾ ਕਿ ਮੈਂ ਫਾਰਮ ਫਿਲ ਕਰ ਸਕਾਂ। ਮੇਰੇ ਜਿਹੜੇ ਨਾਲ ਦੋਸਤ ਆਏ ਸੀ ਉਹਨਾਂ ਨੇ 50-50 ਰੁਪਏ ਦਿੱਤੇ ਔਰ ਮੈਂ ਆਪਣਾ ਫਾਰਮ ਫਿਲ ਕੀਤਾ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਚਲੋ ਮੇਰੀ ਜਿਹੜੀ ਜਰਨੀ ਹੈ ਸਟਾਰਟ ਹੋ ਗਈ ਹੈ। ਉਸ ਤੋਂ ਬਾਅਦ ਮੈਂ ਘਰੇ ਆਇਆ ਔਰ ਆਪਣੀ ਮੰਮਾ ਨੂੰ ਦੱਸਿਆ ਮੈਂ ਕਿ ਮੰਮਾ ਮੇਰੀ ਇੱਦਾਂ ਜੋਬ ਲੱਗੀ ਹੈ ਤੇ
ਬੜੀ ਖੁਸ਼ੀ ਹੋਈ। ਪਰ ਮੈਨੂੰ ਇਹ ਸੀ ਕਿ 500 ਰੁਪਇਆ ਵੀ ਸਾਡੇ ਘਰੇ ਨਹੀਂ ਸੀ ਹੈਗਾ, ਕਿਉਂਕਿ ਉਦੋਂ ਜੁਆਇਨਿੰਗ ਫੀਸ ਵੀ ਲੱਗਦੀ ਸੀ 500 ਰੁਪਇਆ। ਤੇ ਮੇਰੀ ਮੰਮੀ ਨੇ ਹੌਸਲਾ ਨਹੀਂ ਛੱਡਿਆ, ਹਾਲਾਤ ਜਿੱਦਾਂ ਦੇ ਵੀ ਸੀ। ਮੇਰੀ ਮੰਮੀ ਨੇ, ਕਿਉਂਕਿ ਅਸੀਂ ਸੀਜ਼ਨ ਲਗਾਉਂਦੇ ਹੁੰਦੇ ਸੀ, ਕਣਕ ਸੀ ਸਾਡੇ ਕੋਲ, ਮੇਰੀ ਮੰਮੀ ਨੇ 1 ਬੋਰੀ ਕਣਕ ਦੀ ਸੇਲ ਕੀਤੀ 300 ਰੁਪਏ। ਉਦੋਂ 3 ਰੁਪਏ ਕਿਲੋ ਕਣਕ ਹੁੰਦੀ ਸੀ, 300 ਰੁਪਏ ਦੀ ਬੋਰੀ ਵਿਕੀ। ਔਰ ਉਸ ਤੋਂ ਬਾਅਦ 200 ਰੁਪਇਆ ਗਵਾਂਢੀਆਂ ਤੋਂ ਫੜ ਕੇ ਲਿਆਂਦਾ। ਔਰ ਉਸ ਤੋਂ ਬਾਅਦ ਇਹ ਦੋਨੇ ਚੀਜ਼ਾਂ ਕੰਪਲੀਟ ਕਰਨ ਤੋਂ ਬਾਅਦ ਫਿਰ ਵਾਰੀ ਆਂਦੀ ਸੀ ਕਿ ਕਹਿੰਦੇ ਸੀ ਕਿ ਯੂਨੀਫਾਰਮ ਲੈ ਕੇ ਆਣੀ ਤੁਸੀਂ, ਬਲੈਕ ਪੈਂਟ ਤੇ ਵਾਈਟ ਸ਼ਰਟ। ਤੇ ਬਲੈਕ ਪੈਂਟ ਮੇਰੇ ਕੋਲ ਪੁਰਾਣੀ ਹੈਗੀ ਸੀ ਤੇ ਵਾਈਟ ਸ਼ਰਟ ਨਹੀਂ ਸੀ ਹੈਗੀ। ਫਿਰ ਮੈਂ ਉਦਾਸ ਹੋਇਆ ਕਿ ਵਾਈਟ ਸ਼ਰਟ ਦਾ ਅਰੇਂਜਮੈਂਟ ਕਿੱਦਾਂ ਕਰਾਂ। ਤੇ ਮੇਰਾ ਇੱਕ ਫਰੈਂਡ ਸੀ, ਉਹ ਟੇਲਰ ਦਾ, ਸਕੂਲ ਤੋਂ ਆਣ ਕੇ ਟੇਲਰ ਦਾ ਕੰਮ ਸਿੱਖਦਾ ਹੁੰਦਾ ਸੀ। ਉਹਦੇ ਕੋਲ ਮੈਂ ਗਿਆ, ਉਹਨੂੰ ਦੱਸਿਆ ਤੇ ਉਹ ਕਹਿੰਦਾ ਕੋਈ ਗੱਲ ਨਹੀਂ, ਕਿ ਪਿੰਡਾਂ ਦੇ ਵਿੱਚ ਕੁੜਤੇ ਪਜਾਮੇ ਬਣਾਉਣ ਵਾਸਤੇ ਕਾਫੀ ਲੋਕ ਆਉਂਦੇ ਹੈ ਤੇ ਕੱਪੜਾ ਵਧਿਆ ਹੋਏਗਾ, ਕੋਈ ਨਹੀਂ ਮੈਂ ਤੈਨੂੰ ਸ਼ਰਟ ਬਣਾ ਦਾਂਗਾ। ਉਹਨੇ ਮੈਨੂੰ ਸ਼ਾਮ ਤੱਕ ਆਪਣੇ ਪੈਸਿਆਂ ਦੀ ਉੱਥੋਂ ਹੀ ਕੱਪੜਾ ਲੈ ਕੇ ਤੇ ਮੈਨੂੰ ਸ਼ਰਟ ਬਣਾ ਕੇ ਦਿੱਤੀ। ਔਰ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਕਿਸੇ ਵੇਲੇ ਕੱਚਾ ਘਰ ਸੀ, ਅੱਜ 2-2 ਘਰ ਆ। ਪੱਟੀ ਦੇ ਵਿੱਚ, ਜਿੱਥੇ ਮੈਂ ਆਸਲ ਪਿੰਡ ਦੇ ਵਿੱਚ ਰਹਿਣਾ, ਉੱਥੇ ਵੀ ਵਧੀਆ ਘਰ ਬਣਾਇਆ ਹੈ। ਬਟਾਲੇ 'ਚ ਮੈਂ ਕੰਮ ਕਰਦਾ ਇਸ ਟਾਈਮ, ਬਟਾਲੇ ਦੇ ਵਿੱਚ ਮੇਰਾ ਆਫਿਸ ਹੈ, ਉੱਥੇ ਵੀ 60 ਲੱਖ ਦੀ ਕੋਠੀ ਹੈ। ਕਿਸੇ ਵੇਲੇ ਮੈਂ ਪੈਦਲ ਸਕੂਲ ਜਾਂਦਾ ਹੁੰਦਾ ਸੀ, 8 ਕਿਲੋਮੀਟਰ ਪੈਦਲ ਆਣਾ, ਪੈਦਲ ਜਾਣਾ। ਔਰ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਕ੍ਰੇਟਾ ਵਰਗੀ ਗੱਡੀ ਹੈ। ਪਹਿਲੀ ਮੇਰੀ ਗੱਡੀ ਸੀ ਜੈਨ ਗੱਡੀ, ਦੂਸਰੀ ਸਵਿਫਟ ਗੱਡੀ ਸੀ, ਔਰ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਕ੍ਰੇਟਾ ਗੱਡੀ ਹੈ। ਤੇ ਕਿਸੇ ਵੇਲੇ ਸਾਈਕਲ ਵੀ ਨਹੀਂ ਸੀ ਹੁੰਦਾ। ਔਰ ਇਹ ਸਾਰਾ ਕੁਝ ਮੈਂ ਮੰਨਦਾ ਕਿ ਪੁਖਰਾਜ ਦੀ ਬਦੌਲਤ ਹੀ ਹੈ, ਕਿਉਂਕਿ ਮੇਰੇ ਵਰਗਾ ਇੱਕ ਸਿੱਧਾ ਸਾਦਾ ਪਿੰਡ ਤੋਂ ਆਣ ਕੇ ਔਰ ਇੱਥੋਂ ਤੱਕ ਪਹੁੰਚ ਜਾਣਾ, ਅੱਜ ਲੱਖਾਂ 'ਚ ਕਮਾਈ ਹੈ ਮੰਥਲੀ। ਔਰ ਮੈਂ ਨਹੀਂ ਸੋਚਦਾ ਕਿ ਮੇਰਾ ਕੋਈ ਇੱਦਾਂ ਦਾ ਕੋਈ ਵੱਡਾ ਡ੍ਰੀਮ ਸੀ ਕਿ ਮੈਂ ਇੱਥੋਂ ਤੱਕ ਪਹੁੰਚ ਜਾਵਾਂਗਾ। ਔਰ ਵੈਸੇ ਵੀ ਜਿਸ ਕੈਟਾਗਰੀ ਤੋਂ ਮੈਂ ਬਿਲੋਂਗ ਕਰਦਾ, ਜਿਸ ਕਮਿਊਨਿਟੀ ਤੋਂ ਮੈਂ ਆਉਂਦਾ, ਮਜ਼ਦੂਰ ਫੈਮਿਲੀ ਤੋਂ ਆਉਂਦਾ ਮੈਂ, ਪਹਿਲੀ ਗੱਲ ਕਿ ਸਾਡੇ ਵੈਸੇ ਕਿਸੇ ਵਾਸਤੇ ਵੀ ਇਸ ਟਾਈਮ ਕੋਈ ਗੌਰਮੈਂਟ ਜੌਬ ਨਹੀਂ ਹੈਗੀ, ਲੇਕਿਨ ਸਾਡੇ ਵਾਸਤੇ ਤਾਂ ਬਹੁਤ ਮੁਸ਼ਕਲ ਹੈ ਕਿ ਜੇ ਬੜੀ ਮੁਸ਼ਕਲ ਨਾਲ ਅਸੀਂ ਪੜ੍ਹ ਲਿਖ ਜਾਂਦੇ ਹਾਂ ਤੇ ਸਾਡੇ ਕੋਲ ਜੌਬ ਨਹੀਂ ਹੁੰਦੀ। ਗੌਰਮੈਂਟ ਜੌਬ ਸਾਨੂੰ ਮਿਲਦੀ ਨਹੀਂ ਹੈ, ਪ੍ਰਾਈਵੇਟ ਵਾਸਤੇ ਅਸੀਂ ਤਿਆਰ ਨਹੀਂ ਰਹਿੰਦੇ ਤੇ ਫਿਰ ਸਾਨੂੰ ਉੱਥੇ ਹੀ ਅਸੀਂ ਰਹਿ ਜਾਂਦੇ ਹਾਂ। ਉਹੀ ਸਾਨੂੰ ਕੰਮ ਕਰਨਾ ਪੈਂਦਾ ਜਿਹੜੇ ਸਾਡੇ ਪਦੈਸ਼ੀ ਮਜ਼ਦੂਰੀ ਦਿਹਾੜੀ ਕਰਦੇ ਜਾਂਦੇ ਆ। ਤੇ ਮੈਂ ਉਹ ਵੀ ਆਪਣੇ ਭੈਣ ਭਰਾਵਾਂ ਨੂੰ ਕਹਿਣਾ ਚਾਹਾਂਗਾ ਕਿ ਇੱਦਾਂ ਘਰੇ ਬੈਠ ਕੇ ਆਪਣਾ ਜਿਹੜਾ ਸਮਾਂ ਨਾ ਖਰਾਬ ਕਰੋ ਔਰ ਉੱਠੋ ਔਰ ਆਪਾਂ ਵੀ ਅੱਗੇ ਨਿਕਲੀਏ, ਕਿਉਂਕਿ ਪੜ੍ਹ ਲਿਖ ਕੇ ਜੇ ਘਰੇ ਹੀ ਬੈਠਣਾ ਹੈ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ। ਸਤਨਾਮ ਜੀ, ਬੜਾ ਦਿਲਚਸਪ ਕਿੱਸਾ ਤੁਹਾਡਾ ਵੀ ਸ਼ਰਟ ਸਵਾਈ ਕੱਪੜਾ ਥੁੜ ਗਿਆ। ਸ਼ਰਟ ਆਉਂਦੀ ਕਿੱਦਾਂ ਸੀ? ਸ਼ਰਟ ਇੱਦਾਂ ਕਿ ਜਿੰਨਾ ਕੁ ਉਹਨਾਂ ਕੋਲ ਕੱਪੜਾ ਸੀ, ਫੁੱਲ ਬਾਜੂ ਬਣ ਨਹੀਂ ਸੀ ਸਕਦੀ, ਹਾਂ ਬਾਜੂ ਵੀ ਇੱਥੋਂ ਤੱਕ ਹੁੰਦੀ ਹੈ ਤੇ ਇੰਨੀ ਉੱਚੀ ਸੀ ਤੇ ਨੀਚੋਂ ਵੀ ਨਾ ਤੇ ਮੈਂ ਵਿੱਚ ਜੇ ਦਿੰਦਾ ਸੀ ਤੇ ਵਿੱਚ ਆਂਦੀ ਨਹੀਂ ਸੀ ਤੇ ਬਾਹਰ ਵੈਸੇ ਬੜੀ ਬੁਰੀ ਲੱਗਦੀ ਸੀ। ਬਟ ਮੈਨੂੰ ਇਹ ਸੀ ਕਿ ਇੱਕ ਵਾਰੀ ਮੌਕਾ ਮਿਲਿਆ, ਕਿਉਂਕਿ ਜਿਹੜਾ ਲੱਕੀ ਚਾਂਸ ਹੈ ਉਹ ਵਾਰ-ਵਾਰ ਨਹੀਂ ਮਿਲਦਾ। ਔਰ ਸਿਰਫ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜ਼ਰੂਰੀ ਨਹੀਂ ਹੈ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਜੀ ਮੈਂ ਗਰੀਬ ਐ ਇਸ ਕਰਕੇ ਨਹੀਂ ਮੈਂ ਅੱਗੇ ਵਧਿਆ ਜਾਂ ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਇੱਥੇ ਕੋਈ ਪੈਸਾ ਨਹੀਂ ਲੱਗਦਾ। ਜਿਵੇਂ ਬਹੁਤ ਸਾਰੇ ਸਾਡੇ, ਮੈਂ ਪਹਿਲਾਂ ਵੀ ਤੁਹਾਡੀ ਵੀਡੀਓ ਦੇਖੀ ਹੈ, ਤੁਹਾਡੀ ਇੰਟਰਵਿਊ ਆਉਂਦੀ ਹੈ, ਕਈ ਲੋਕ ਕਹਿੰਦੇ ਜੀ ਇਹ ਕੋਈ ਬੰਦੇ ਜੋੜਨ ਵਾਲਾ ਕੰਮ ਤੇ ਨਹੀਂ ਹੈ, ਕੋਈ ਨੈਟਵਰਕ ਕੰਪਨੀ ਤੇ ਨਹੀਂ ਹੈ। ਇੱਦਾਂ ਦਾ ਕੁਝ ਨਹੀਂ ਹੈ। ਮੈਨੂੰ ਲੱਗਦਾ ਕਿ ਅਸੀਂ ਇਹ 'ਚ ਬੰਦੇ ਨਹੀਂ ਜੋੜਦੇ, ਆਪਣੇ ਆਪ ਨੂੰ ਜੋੜਦੇ ਹਾਂ ਕਾਮਯਾਬੀ ਦੇ ਸਿਸਟਮ ਦੇ ਨਾਲ। ਔਰ ਜਦੋਂ ਅਸੀਂ ਕਾਮਯਾਬੀ ਦੇ ਸਿਸਟਮ ਨਾਲ ਖੁਦ ਨੂੰ ਆਪਣੇ ਜੋੜ ਲੈਂਦੇ ਹਾਂ ਤੇ ਫਿਰ ਮੈਨੂੰ ਲੱਗਦਾ ਕਿ ਅਸੀਂ ਦੇਰ ਲੱਗ ਸਕਦੀ ਹੈ ਲੇਕਿਨ ਇੱਕ ਦਿਨ ਸਫਲਤਾ ਜ਼ਰੂਰ ਮਿਲੂਗੀ। ਔਰ ਮੈਂ ਥੈਂਕਸ ਕਰਨਾ ਚਾਹੂँਗਾ ਆਪਣੇ CMD ਸਰ ਸੁਖਜੀਤ ਸਿੰਘ ਚੀਮਾ ਜੀ ਦਾ, ਜਿਨ੍ਹਾਂ ਨੇ ਇੰਨਾ ਵਧੀਆ ਪਲੇਟਫਾਰਮ ਬਣਾਇਆ ਕਿ ਸਾਡੇ ਵਰਗੇ ਜਿਹੜੇ ਗਰੀਬ ਲੋਕ ਨੇ ਜਾਂ ਮਜ਼ਦੂਰ ਲੋਕ ਨੇ ਉਹ ਵੀ ਇੱਥੋਂ ਤੱਕ ਪਹੁੰਚ ਸਕਦੇ ਹੈ। ਮੈਂ ਦੋ ਚੀਜ਼ਾਂ ਕੰਪੇਅਰ ਕਰਦਾ। ਇੱਕ ਟਾਈਮ ਸੀ ਕਿ ਸ਼ਰਟ ਥੋੜ੍ਹੇ ਰਹੇ ਕੱਪੜੇ ਨਾਲ ਸਵਾਈ ਵੀ ਸਿਰਫ ਮੈਨੂੰ ਜੋਬ ਮਿਲ ਜੇ ਮੈਂ ਸ਼ਰਟ ਪਾ ਕੇ ਜਾਣੀ ਹੈ, ਤੇ ਅੱਜ ਪੂਰਾ ਕੋਟ ਬਹੁਤ ਸੋਹਣੇ ਲੱਗ ਰਹੇ ਹੋ। ਅੱਜ ਤੁਸੀਂ ਸੋਨੇ ਦੀਆਂ ਮੁੰਦੀਆਂ, ਕੋਠੀਆਂ 2-2, ਇਹ ਸਾਰੀਆਂ ਤਬਦੀਲੀਆਂ ਜਦੋਂ ਦੇਖਦੇ ਹੋ, ਪੁਰਾਣਾ ਸਮਾਂ ਵੀ ਯਾਦ ਕਰਦੇ ਹੋ ਤਾਂ ਕੀ ਚੱਲਦਾ ਮਨ? ਕਈ ਵਾਰ ਅਕਸਰ ਮੈਂ ਭਾਵੁਕ ਹੋ ਜਾਂਦਾ ਹੈ, ਕਿਉਂਕਿ ਇਸੋਂ ਤੱਕ ਪਹੁੰਚਣ ਲਈ ਮੈਂ ਬਹੁਤ ਸੈਕਰੀਫਾਈਸ ਕੀਤਾ ਹੈ ਕਿ ਕਰਦਿਆਂ ਮੈਂ ਚਾਹੁੰਦਾ ਸੀ ਕਿ ਮੈਂ ਆਪਣੇ ਮਾਂ ਪਿਓ ਨੂੰ ਸੁੱਖ ਦੇਵਾਂ, ਸੁੱਖ ਦਿੱਤਾ ਵੀ, ਪਰ ਜੋ ਰੱਬ ਨੂੰ ਮਨਜ਼ੂਰ ਸੀ ਉਹਦੇ ਵਿੱਚ ਇੱਥੋਂ ਤੱਕ ਪਹੁੰਚਦਿਆਂ ਮੈਂ ਆਪਣੇ ਮਦਰ ਨੂੰ ਵੀ ਗਵਾਇਆ, ਫਾਦਰ ਨੂੰ ਵੀ ਗਵਾਇਆ। ਔਰ ਕਈ ਵਾਰ ਇਮੋਸ਼ਨਲ ਹੋ ਜਾਈਦਾ ਹੈ ਕਿ ਸਭ ਕੁਝ ਹੈ, ਠਾਠ ਬਾਠ ਹੈ, ਤਰੱਕੀ ਹੈ, ਸਭ ਕੁਝ ਹੈ, ਲੋਕ ਵਾਹ ਕਰਦੇ ਹੈ ਕਿ ਇੱਥੋਂ ਤੱਕ ਪਹੁੰਚੇ ਹਾਂ, ਪਰ ਕਿਸੇ ਵੇਲੇ ਮਾਂ ਪਿਓ ਦਾ ਜਿਹੜਾ ਇਹੋ ਜਿਹਾ ਘਾਟਾ ਹੈ ਬਹੁਤ ਮਹਿਸੂਸ ਹੁੰਦਾ ਹੈ ਕਿ ਕਾਸ਼ ਮੇਰੇ ਮੰਮੀ ਪਾਪਾ ਹੁੰਦੇ ਤੇ ਆਪਣੇ ਬੱਚੇ ਦੀ ਤਰੱਕੀ ਦੇਖਦੇ। ਦੇਖ ਰਹੇ ਹੋਣਗੇ ਤੁਹਾਨੂੰ, ਅੱਜ ਮਾਣ ਕਰਦੇ ਹੋਣਗੇ। ਮਾਣ ਜਦੋਂ ਦਾ ਮੈਂ ਇਸ ਲਾਈਨ 'ਚ ਆਇਆ, ਕਿਹੜੀ ਗੱਲ ਯਾਦ ਆਉਂਦੀ ਤੁਹਾਨੂੰ?
ਉਹਨਾਂ ਦੀ ਇੱਕੋ ਹੀ ਗੱਲ ਕਿ ਆਪਣੇ ਕੰਮ ਨੂੰ ਇੰਨੇ ਵਧੀਆ ਤਰੀਕੇ ਨਾਲ ਜਿੱਥੇ ਵੀ ਜਾਓ ਇਮਾਨਦਾਰੀ ਸਭ ਤੋਂ ਜ਼ਰੂਰੀ ਹੈ ਔਰ ਇਮਾਨਦਾਰੀ ਦੇ ਨਾਲ ਕੰਮ ਕਰੋ ਤੇ ਕਰਦੇ ਰਹੋ। ਕਦੀ ਇਹ ਨਾ ਸੋਚੋ ਕਿ ਮੈਨੂੰ ਪੈਸਾ ਕਿੰਨਾ ਮਿਲੂਗਾ, ਤਰੱਕੀ ਕਿੰਨੀ ਮਿਲੂਗੀ। ਜੇ ਤੁਸੀਂ ਆਪਣੇ ਕੰਮ ਨੂੰ ਲਗਨ ਦੇ ਨਾਲ ਕਰਦੇ ਰਹੋਗੇ ਤੇ ਸੱਚੀ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਕੱਲੀ ਮਿਹਨਤ ਨਹੀਂ, ਆਪਾਂ ਕਿਸ ਤਰੀਕੇ ਦੇ ਨਾਲ ਮਿਹਨਤ ਕਰਦੇ ਹਾਂ। ਵਾਰੀ ਡਿੱਗੇ ਹੈ ਕਿਉਂਕਿ ਮਿਹਨਤ ਕੀਤੀ, ਮਾਂ-ਬਾਪ ਵੀ ਯਾਦ ਆਉਂਦੇ ਨੇ। ਤੁਹਾਡੇ ਸਟਰਗਲ 'ਚ ਮਾਂ-ਬਾਪ ਨਾਲ ਸੀਗੇ, ਕਿੰਨੀ ਕੁ ਵਾਰੀ ਸੰਭਾਲਿਆ ਉਹਨਾਂ ਨੇ ਡਿੱਗਦਿਆਂ ਨੂੰ? ਦੇਖੋ ਜੀ, ਉਹਨਾਂ ਦਾ ਤੇ ਹਮੇਸ਼ਾ ਮਾਂ ਪਿਓ ਦਾ ਤੇ ਕੋਈ ਮਤਲਬ ਦੂਸਰਾ ਪੁਆਇੰਟ ਹੀ ਹੈ ਨਹੀਂ ਕਿ ਮਾਂ ਪਿਓ ਤੋਂ ਇਲਾਵਾ ਬੰਦਾ ਦੁਨੀਆ ਤੇ ਆਂਦਾ ਵੀ ਹੈ ਔਰ ਜੇ ਕੁਝ ਕਰਦਾ ਵੀ ਤੇ ਮਾਂ ਪਿਓ ਦਾ ਬਹੁਤ ਵੱਡਾ ਸਹਿਯੋਗ ਤੇ ਹੱਥ ਰਹਿੰਦਾ ਹੈ। ਔਰ ਵਾਰ-ਵਾਰ ਹਮੇਸ਼ਾ ਹੀ ਉਹਨਾਂ ਨੇ ਮੈਨੂੰ ਸੰਭਾਲਿਆ। ਜਦੋਂ ਵੀ ਕਦੀ ਮੈਨੂੰ ਚੈਲੰਜਸ ਆਣੇ, ਕਈ ਵੇਲੇ ਮੈਂ ਉਦਾਸ ਵੀ ਹੋਣਾ ਔਰ ਉਹਨਾਂ ਨੇ ਇਹੀ ਕਹਿਣਾ ਕਿ ਬੇਟਾ ਹੁਣ ਵਾਪਸ ਗਿਆ ਤੇ ਪਿੱਛੇ ਨਹੀਂ ਆਣਾ, ਕੁਝ ਕਰਕੇ ਹੀ ਆਣਾ ਹੈ ਕਿਉਂਕਿ ਸਾਡੀਆਂ ਬਹੁਤ ਉਮੀਦਾਂ ਹੈ। ਕਿਉਂਕਿ ਮੇਰੀ ਮੰਮੀ ਨੇ ਮਤਲਬ ਕੰਮ ਕਰ ਕਰਕੇ, ਖੇਤਾਂ 'ਚ ਕੰਮ ਕਰ ਕਰਕੇ ਸਾਨੂੰ ਪੜ੍ਹਾਇਆ ਲਿਖਾਇਆ ਔਰ ਮੈਂ ਹੀ ਉਹਨਾਂ ਦੀ ਆਖਰੀ ਉਮੀਦ ਸੀ ਕਿਉਂਕਿ ਮੇਰੇ ਤੋਂ ਵੱਡੇ ਮੇਰੀਆਂ 2 ਸਿਸਟਰਾਂ ਵੀ ਸੀ ਔਰ ਉਹਨਾਂ ਦੀ ਮੈਰਿਜ ਕਰਨਾ ਵੀ ਮੇਰੇ ਸਿਰ ਤੇ ਜ਼ਿੰਮੇਵਾਰੀ ਸੀ ਕਿਉਂਕਿ ਮੇਰੇ ਪਾਪਾ ਤੇ ਬੈੱਡ ਤੇ ਪੈ ਗਏ ਸੀ। ਔਰ ਮੇਰਾ ਕੋਈ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਮੇਰਾ ਕੋਈ ਜ਼ਿਆਦਾ ਵੱਡਾ ਸੁਪਨਾ ਨਹੀਂ ਸੀ। ਮੈਨੂੰ ਇਹੀ ਹੀ ਕਿ 5-7 ਹਜ਼ਾਰ ਰੁਪਇਆ ਮਿਲ ਜਾਇਆ ਕਰੇ ਔਰ ਜੇ ਮੈਂ ਆਪਣੀਆਂ ਦੋਨਾਂ ਸਿਸਟਰਾਂ ਦੀ ਮੈਰਿਜ ਕਰਨ 'ਚ ਕਾਮਯਾਬ ਹੋ ਗਿਆ ਵਧੀਆ ਤਰੀਕੇ ਨਾਲ ਤੇ ਮੈਂ ਸਮਝੂੰਗਾ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਬਾਦਸ਼ਾਹ ਮੈਂ। ਮੇਰਾ ਕੋਈ ਗੱਡੀਆਂ ਲੈਣਾ ਜਾਂ ਇੱਥੋਂ ਤੱਕ ਪਹੁੰਚਣਾ ਮੇਰਾ ਕੋਈ ਵੱਡਾ ਟਾਰਗੇਟ ਨਹੀਂ ਸੀ ਹੈਗਾ। ਔਰ ਬਾਕੀ ਜਿਹੜੇ ਸੁਪਨੇ ਹੈ, ਬਹੁਤ ਸਾਰੇ ਲੋਕ ਅੱਜ ਪੁਖਰਾਜ ਦੀ ਕੰਪਨੀ ਜੁਆਇਨ ਕਰਦੇ ਆ ਔਰ ਬੋਲਦੇ ਆ ਕਿ ਪੁਖਰਾਜ ਦੀ ਵਜ੍ਹਾ ਨਾਲ ਮੇਰੇ ਸੁਪਨੇ ਪੂਰੇ ਹੋਏ। ਮੈਂ ਤਾਂ ਇਹ ਕਹਿੰਦਾ ਕਿ ਜੇ ਅੱਜ ਮੇਰਾ ਸੁਪਨਾ ਵੀ ਹੈ ਨਾ, ਮੈਨੂੰ ਪੁਖਰਾਜ ਨੇ ਸਿਰਫ ਸੁਪਨੇ ਨਹੀਂ ਮੇਰੇ ਪੂਰੇ ਕੀਤੇ, ਜੇ ਮੈਨੂੰ ਸੁਪਨਾ ਵੀ ਦੱਸਿਆ ਪੁਖਰਾਜ ਨੇ ਤੇ ਉਹ ਪੁਖਰਾਜ ਨੇ ਦੱਸਿਆ ਹੈ ਕਿ ਤੁਸੀਂ ਇਹ ਸੁਪਨਾ ਲਓ ਔਰ ਤੁਸੀਂ ਪੂਰੇ ਕਰ ਸਕਦੇ ਹੋ। ਔਰ ਬਾਕੀਆਂ ਲਈ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੰਜ਼ਿਲਾਂ 'ਤੇ ਪਹੁੰਚਦੇ ਨਹੀਂ ਸਿਰਫ ਉਹੀ ਕਾਫਲੇ ਜਿਹੜੇ ਮੁੜ ਕੇ ਨਹੀਂ ਵਹਿੰਦੇ ਤੇ ਮਿਣਦੇ ਨਹੀਂ ਫਾਸਲੇ। ਜਿਹੜੇ ਵਾਰ-ਵਾਰ ਮੁੜ ਕੇ ਨਹੀਂ ਵਹਿੰਦੇ ਕਿ ਅਸੀਂ ਕਿੱਥੇ ਪਹੁੰਚ ਗਏ ਹਾਂ, ਕਿੱਥੇ ਜਾਣਾ ਹੈ। ਤੇ ਜੇ ਅਸੀਂ ਕੰਮ 'ਚ ਲੱਗੇ ਰਹਿੰਦੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਦੁਨੀਆ ਦੀ ਤੁਸੀਂ ਕਿਸੇ ਵੀ ਪਲੇਟਫਾਰਮ ਦੇ ਵਿੱਚ ਜੇ ਲੱਗੇ ਰਹੋਗੇ ਤੇ ਇੱਕ ਦਿਨ ਸਫਲਤਾ ਤੁਹਾਨੂੰ ਜ਼ਰੂਰ ਮਿਲੂਗੀ। ਕੀ ਬਾਤ ਹੈ ਬਾਈ, ਬਹੁਤ ਵੱਡੀ ਗੱਲ ਕਰ ਗਏ। ਔਰ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਮੈਂ ਇੱਥੋਂ ਤੱਕ ਪਹੁੰਚੇ ਹਾਂ, ਸਾਡੇ ਲਈ, ਕਿਉਂਕਿ ਇੱਕ ਮਜ਼ਦੂਰ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਹਾਂ, ਮਿਹਨਤੀ ਤੇ ਅਸੀਂ ਸ਼ੁਰੂ ਤੋਂ ਹੀ ਹੁੰਦੇ ਹਾਂ ਤੇ ਸਰੀੜੀ ਵੀ ਹੁੰਦੇ ਹਾਂ, ਲੇਕਿਨ ਉਹਦੇ ਬਾਵਜੂਦ ਵੀ ਅਸੀਂ ਮੰਜ਼ਿਲ 'ਤੇ ਨਹੀਂ ਪਹੁੰਚ ਪਾਉਂਦੇ ਕਿਉਂਕਿ ਸਾਡੇ ਲਈ ਕੰਮ 'ਤੇ ਜਾ ਕੇ ਤਰੱਕੀ ਕਰਨਾ ਔਖਾ ਨਹੀਂ ਹੈ। ਸਾਡੇ ਲਈ ਪਿੰਡ 'ਚੋਂ ਜਾਂ ਘਰ 'ਚੋਂ ਨਿਕਲਣਾ ਹੀ ਵੱਡੀ ਗੱਲ ਹੈ ਕਿਉਂਕਿ ਜਿੱਦਾਂ ਦਾ ਸਾਡੇ ਕਲਚਰ ਬਣਿਆ ਹੈ। ਕਿਉਂਕਿ ਜਦੋਂ ਮੈਨੂੰ ਵੀ ਕੰਪਨੀ ਬਾਰੇ ਪਤਾ ਲੱਗਾ ਸੀ ਔਰ ਮੈਂ ਸਿਲੈਕਟ ਹੋ ਕੇ ਆਇਆ ਸੀ ਤੇ ਲਾਗੇ ਬੰਨੇ ਵਾਲੇ ਨਹੀਂ ਕਿਹਾ ਕਿ ਇਹ ਕੰਪਨੀਆਂ ਫਰਾਡ ਹੁੰਦੀਆਂ ਹੈ, ਭੱਜ ਜਾਂਦੀਆਂ ਹੈ ਜਾਂ ਇੱਦਾਂ ਦਾ। ਤੇ ਮੈਂ ਸਮਝਦਾ ਕਿ ਮੇਰੀ ਮੰਮਾ ਦੀ ਸਪੋਰਟ ਸੀ ਕਿ ਉਹਨਾਂ ਨੇ ਫਿਰ ਵੀ ਮੈਨੂੰ ਇੱਥੇ ਭੇਜਿਆ ਔਰ ਮੈਂ ਅੱਜ ਤੱਕ ਇੱਥੋਂ ਤੱਕ ਪਹੁੰਚਿਆ। ਬਾਈ ਮੈਨੂੰ ਇੱਕ ਗੱਲ ਦੱਸੋ, ਤੁਸੀਂ ਤਾਂ ਕਾਮਯਾਬ ਹੋਏ ਹੀ ਹੋ, ਅੱਜ ਤੁਸੀਂ ਜ਼ੋਨਲ ਸਾਰਾ ਸੰਭਾਲ ਰਹੇ ਹੋ ਜ਼ੋਨ, ਤੁਹਾਡੇ ਰਾਹੀਂ ਕਿੰਨੇ ਕੁ ਲੋਕ ਕਾਮਯਾਬ ਹੋਏ, ਕਿੰਨੇ ਕੁ ਲੋਕ ਤੁਹਾਡੇ ਅੰਡਰ ਕੰਮ ਕਰ ਰਹੇ ਨੇ ਅੱਜ? 150 ਤੋਂ ਪਲੱਸ ਲੋਕ, 150 ਤੋਂ ਵੱਧ ਲੋਕ ਮੇਰੇ ਗਰੁੱਪ ਦੇ ਵਿੱਚ ਕੰਮ ਕਰ ਰਹੇ ਨੇ ਔਰ ਉਹਦੇ ਵਿੱਚ ਸਭ ਤੋਂ ਵੱਧ 100 ਤੋਂ ਵੱਧ ਲੜਕੀਆਂ ਦਾ ਗਰੁੱਪ ਹੈ। ਲੜਕੀਆਂ ਵਾਸਤੇ ਸਾਡਾ ਗਰੁੱਪ ਬਹੁਤ ਵੱਡੀ ਮਿਸਾਲ ਹੈ ਕਿ ਇੱਕ ਪਿੰਡਾਂ ਤੋਂ ਆਣ ਕੇ ਲੜਕੀਆਂ ਹਾਲੇ ਅਨਮੈਰਿਡ ਹੁੰਦੀਆਂ ਔਰ 10-10 12-12 ਲੱਖ ਦੀਆਂ ਉਹਨਾਂ ਨੇ ਗੱਡੀਆਂ ਅਚੀਵ ਕੀਤੀਆਂ ਹੈ ਤੇ ਹੋਰ ਵੀ ਆਪਣੇ ਘਰ ਦੇ ਜਿਹੜੇ ਸੁਪਨੇ ਹੈ ਮਿਹਨਤ ਕਰਕੇ ਉਹਨਾਂ ਨੇ ਪੂਰੇ ਕੀਤੇ ਹੈ। ਇੱਦਾਂ ਦੀਆਂ ਲੜਕੀਆਂ ਜਿਨ੍ਹਾਂ ਨੇ ਆਪਣੇ ਦਮ 'ਤੇ, ਇੱਕ ਲੜਕਾ ਨਹੀਂ, ਵੈਸੇ ਤਾਂ ਸਾਡੇ 'ਤੇ ਇੱਥੇ ਕੋਈ ਭੇਦਭਾਵ ਹੈ ਹੀ ਨਹੀਂ ਕਿ ਲੜਕਾ ਜਾਂ ਲੜਕੀ ਹੈ। ਜੇ ਆਪਾਂ ਦੁਨੀਆ ਦੇ ਹਿਸਾਬ ਨਾਲ ਵੀ ਦੇਖਿਆ ਜਾਵੇ ਤੇ ਇੱਕ ਲੜਕੀ ਹੋ ਕੇ ਪਿੰਡ ਦੇ ਵਿੱਚ ਆਪਣੀ ਮਦਰ ਨੂੰ, ਜਦੋਂ ਕਿ ਇੱਕ ਲੜਕੇ ਦਾ ਫਰਜ਼ ਹੁੰਦਾ ਕਿ ਆਪਣੀ ਮਦਰ ਨੂੰ ਜਾਂ ਪੇਰੈਂਟਸ ਨੂੰ ਕੋਠੀ ਪਾ ਕੇ ਦੇਵੇ, ਔਰ ਸਾਡੀਆਂ ਲੜਕੀਆਂ ਇੱਦਾਂ ਦੀਆਂ ਜਿਨ੍ਹਾਂ ਨੇ ਮੇਰੇ ਅੰਡਰ ਜਾਂ ਮੇਰੇ ਗਰੁੱਪ ਦੇ ਵਿੱਚ ਟ੍ਰੇਨਿੰਗ ਕੀਤੀ ਹੈ ਔਰ ਇਹ ਅਨਮੈਰਿਡ ਲੜਕੀਆਂ ਨੇ ਜਿਨ੍ਹਾਂ ਨੇ ਗੱਡੀਆਂ ਤੱਕ ਅਚੀਵ ਕੀਤੀਆਂ ਔਰ ਦੂਸਰਾ ਆਪਣੇ ਘਰ ਬਣਾ ਕੇ ਦਿੱਤੇ ਹੈ। ਤੇ ਇਹ ਮੇਰੇ ਲਈ ਸਭ ਤੋਂ ਵੱਡੀ ਪ੍ਰਾਊਡ ਵਾਲੀ ਗੱਲ ਇਹ ਹੈ ਕਿ ਮੈਂ ਤੇ ਆਪਣੇ ਆਪ ਨੂੰ ਕਾਮਯਾਬ ਕੀਤਾ, ਲੇਕਿਨ ਮੇਰੇ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਭਵਿੱਖ ਬਦਲਣ ਦਾ ਮੌਕਾ ਮਿਲਿਆ ਹੈ ਤੇ ਇਹ ਮੇਰੇ ਲਈ ਬੜਾ ਲੱਕੀ ਚਾਂਸ ਹੈ। ਔਰ ਮੈਂ ਪੁਖਰਾਜ ਦਾ ਫਿਰ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਏਡਾ ਵਧੀਆ ਪਲੇਟਫਾਰਮ ਤਿਆਰ ਕੀਤਾ ਜਿਹਦੇ ਵਿੱਚ ਮੈਂ ਖੁਦ 'ਤੇ ਤਰੱਕੀ ਕੀਤੀ ਹੈ ਔਰ ਨਾਲ ਲੋਕਾਂ ਨੂੰ ਵੀ ਮੈਂ ਤਰੱਕੀ ਕਰਾ ਰਿਹਾ। ਔਰ ਮੇਰਾ ਜ਼ਿੰਦਗੀ ਦਾ ਸੁਪਨਾ ਇਹੀ ਹੈ ਕਿ ਆਪਣੇ ਇਸ ਦੁਨੀਆ 'ਤੇ ਜਾਣ ਤੋਂ ਪਹਿਲਾਂ ਮੈਂ ਆਪਣੇ ਵਰਗੇ ਜਿਹੜੇ ਮਜ਼ਦੂਰ ਲੋਕ ਨੇ ਜਾਂ ਮਜ਼ਦੂਰ ਕਮਿਊਨਿਟੀ ਤੋਂ ਆਉਂਦੇ ਹੈ, ਮੈਂ ਚਾਹੁੰਦਾ ਕਿ ਘੱਟੋ ਘੱਟ 100 ਲੋਕਾਂ ਦਾ ਕੈਰੀਅਰ ਆਪਣੇ ਵਰਗਾ ਜਾਂ ਆਪਣੇ ਤੋਂ ਵੀ ਵਧੀਆ ਬਣਾਉਣਾ ਹੈ। ਇਹੀ ਮੇਰੀ ਜ਼ਿੰਦਗੀ ਦਾ ਮਿਸ਼ਨ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਸੋ ਇਹ ਨੇ ਸਫਲਤਾਵਾਂ ਦੀਆਂ ਕਹਾਣੀਆਂ ਤੇ ਅੱਜ ਨਾਇਕ ਸੀ ਸਾਡੇ ਨਾਲ ਸਤਨਾਮ ਸਿੰਘ ਹੋਣੀ। ਉਮੀਦ ਕਰਦੇ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ। ਕਰਨ ਸ਼ਰਮਾ, ਅੱਖਰ ਦੇ ਲਈ।